पंकज बंदना सिमरो अंगद दुख निकंदना। अमर दास गुर हृदय नित ध्यान। श्री गुरु रामदास गुण गावा। गुरु अर्जन भिगनन के नासक भिगनन के नासक। हर गोविंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाओ बहोरी। तेग बहादुर परम कृपाला जी परम कृपाला। श्री गुरु गोबिंद सिंह विशाला। तरो तरा पुन पुन सीसा। बंदो बार बार जगदीसा। जिसमें है अमृत ज्ञान है मानक भगत वैराग। श्री गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर धार। एकंकारा सतगुरु ते प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। परम सन्मानयोग चवर छत्र तख्त दे मालक
ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਗੁਰੂ ਸਾਹਿਬ ਜੀ ਦੇ ਸਾਰੇ ਸਿੰਘ ਤਿਆਰ ਹੋ ਜਾਂਦੇ ਹਨ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਕੁਝ ਸਿੰਘਾਂ ਨੂੰ ਉਦੇ ਸਿੰਘ ਜੀ ਦੇ ਨਾਲ ਨਿਗਾਰੇ ਦੀ ਚੋਟ ਮਾਰ ਕਰਕੇ ਜੰਗ ਦੇ ਲਈ ਰਵਾਨਾ ਕਰਦੇ ਹਨ। ਵਜੇ ਧੁੰਦ ਵੀ ਧੌਂਸ ਤੇ ਦੀਏ ਨਾਦਾ। ਤੇ ਜਦੋਂ ਧੌਂਸੇ ਦੀ ਬੜੀ ਉੱਚੀ ਆਵਾਜ਼ ਸੰਸਾਰ ਦੇ ਵਿੱਚ ਫੈਲਦੀ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਗਾਰਾ ਵਜਾਉਂਦੇ ਹਨ, ਗਰੀ ਕੋਟ ਕੇ ਅਦਰ ਮੈਂ ਓਟ ਗਾਂਢੀ। ਤੇ ਕਿਲੇ ਦੇ ਵਿੱਚ ਜਿਹੜੇ ਹੋਰ ਸੈਨਿਕ ਹਨ ਉਹ ਵੀ ਜੰਗ ਦੇ ਵਿੱਚ ਜਾਣ ਦੇ ਲਈ ਆਪਣੇ ਆਪ ਨੂੰ ਤਿਆਰ ਕਰਦੇ ਹਨ। ਤੇ ਕੁਝ ਸਿੰਘ ਪੈਦਲ ਹਨ ਤੇ ਕੁਝ ਸਿੰਘ ਜਿਹੜੇ ਕਿ ਹੁਲਾਸ ਦੇ ਨਾਲ ਉਹਨਾਂ ਦਾ ਜਿਹੜਾ ਜੋਸ਼ ਵਧਾਉਣ ਦੇ ਲਈ ਆਪਣੇ ਅਸਲੇ ਨੂੰ ਤਿਆਰ ਕਰਦੇ ਹਨ। ਤੇ ਉਧਰ ਦੂਸਰੇ ਪਾਸੇ ਜਿਹੜੀਆਂ ਮੁਗਲਾਂ ਦੀਆਂ ਪਹਾੜੀ ਸੈਨਾ ਹਨ ਉਹ ਵੀ ਆਪਣੇ ਘੋੜਿਆਂ ਦੇ ਉੱਪਰ ਕਾਠੀਆਂ ਪਾਉਂਦੇ ਹਨ। ਤੇ ਸਾਰੇ ਉਹ ਮੁਗਲ ਜਿਹੜੇ ਬਹਾਦਰ ਯੋਧੇ ਹਨ ਉਹ ਵੀ ਆਪਣੀ ਫੌਜ ਨੂੰ ਤਿਆਰ ਕਰਦੇ ਹੋਏ ਉਹਨਾਂ ਦੇ ਅੰਦਰ ਜਿਹੜਾ ਜੋਸ਼ ਭਰਦੇ ਹਨ, ਉਹਨਾਂ ਨੂੰ ਵੀ ਜੰਗ ਦੇ ਵੱਲ ਨੂੰ ਤਿਆਰ ਕਰਦੇ ਹਨ। ਤੇ ਜਿਹੜਾ ਕਟੋਚੀਆ ਰਾਜਾ ਹੈ ਉਹ ਆਪਣੀ ਫੌਜ ਦੇ ਵਿੱਚ ਬੜਾ ਉਤਸ਼ਾਹ ਪੈਦਾ ਕਰਦਾ ਹੈ, ਉਹਨਾਂ ਨੂੰ ਬਚਨ ਕਰਦਾ ਹੈ ਕਿ ਜੇ ਤੁਸੀਂ ਜੰਗ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ, ਮਰ ਗਏ, ਤੇ ਜਿਹੜੀਆਂ ਖੂਰਾਂ ਮਿਲਣਗੀਆਂ, ਤੇ ਜੇ ਤੁਸੀਂ ਜੰਗ ਦੇ ਵਿੱਚ ਜਿੱਤ ਗਏ ਤੇ ਸੰਸਾਰ ਦੇ ਵਿੱਚ ਤੁਹਾਡਾ ਆਦਰ ਮਾਣ ਹੋਵੇਗਾ। ਤੇ ਸੰਸਾਰ ਦੇ ਵਿੱਚ ਉਹ ਯੁੱਧ ਨੂੰ ਕਰਨ ਦੇ ਲਈ ਜਿਹੜੇ ਇੱਕ ਟੋਚੀਏ ਦੇ ਸਾਰੇ ਸੈਨਿਕ ਹਨ, ਸਾਥੀ ਹਨ, ਉਹ ਆਪਣੇ ਸਰੀਰ ਦੇ ਉੱਪਰ ਤਲਵਾਰਾਂ ਪਾ ਕਰਕੇ ਜਿਹੜਾ ਜੰਗ ਦੇ ਵਿੱਚ ਆਉਣ ਦੇ ਲਈ ਤਿਆਰ ਹੁੰਦੇ ਹਨ। ਉਧਰ ਜਿਹੜਾ ਕਟੋਚੀਆ ਰਾਜਾ ਹੈ ਉਹਨੇ ਵੀ ਆਪਣੇ ਸਰੀਰ ਦੇ ਉੱਪਰ ਤਲਵਾਰ ਪਾ ਕਰਕੇ ਆਪਣੇ ਆਪ ਨੂੰ ਬੜਾ ਵੱਡਾ ਯੋਧਾ ਸਮਝਦਾ ਸੀ। ਤੇ ਇਹ ਜਿਹੜਾ ਕਟੋਚੀਆ ਰਾਜਾ ਹੈ ਇਹਦੇ ਕੋਲ ਬੜੀ ਕੀਮਤੀ ਢਾਲ ਹੈ, ਇਹਦੇ ਕਮਰ ਕੱਸੇ ਦੇ ਵਿੱਚ ਬੜੀ ਸੁੰਦਰ ਤਲਵਾਰ ਹੈ। ਤੇ ਇਹਦੇ ਕੋਲ ਬੜਾ ਸੁੰਦਰ ਤੀਰਾਂ ਦਾ ਪੱਠਾ ਹੈ ਜੋ ਤੀਰਾਂ ਦੇ ਨਾਲ ਭਰਿਆ ਹੋਇਆ ਹੈ। ਤੇ ਉਸ ਸਮੇਂ ਉਹਨਾਂ ਨੇ ਦੇਖਿਆ ਕਿ ਇਹ ਬੜਾ ਵੱਡਾ ਭਾਰੀ ਧਨੁੱਖ ਹੈ ਜਿਸ ਦੀ ਬੜੀ ਵੱਡੀ ਡੀਲ ਡੌਲ ਹੈ ਤੇ ਉਹ ਰਾਜੇ ਕਟੋਚੀਏ ਦੇ ਸਰੀਰ ਦੇ ਉੱਪਰ ਪਾਇਆ ਹੋਇਆ ਬਹੁਤ ਸ਼ੋਭ ਰਿਹਾ ਹੈ। ਤੇ ਬਹੁਤ ਆਪਣੇ ਆਪ ਨੂੰ ਬਲਵਾਨ ਸਮਝਦਿਆਂ ਹੋਇਆ ਉਹ ਰਾਜਾ ਕਟੋਚੀਆ ਜੰਗ ਦੇ ਵਿੱਚ ਜੰਗ ਲੜਨ ਦੇ ਲਈ ਜਾਂਦਾ ਹੈ। ਉਸ ਦੇ ਨਾਲ ਜਿਤਨੀਆਂ ਵੀ ਉਹਦੀਆਂ ਫੌਜਾਂ ਹਨ ਉਹ ਵੀ ਜੰਗ ਦੇ ਮੈਦਾਨ ਵੱਲ ਨੂੰ ਰਵਾਨਾ ਹੁੰਦੀਆਂ ਹਨ। ਤੇ ਜਦੋਂ ਇਸ ਰਾਜੇ ਕਟੋਚੀਏ ਨੂੰ ਭੀਮ ਚੰਦ ਵਰਗੇ ਰਾਜੇ ਮਿਲਦੇ ਹਨ ਉਹ ਵੀ ਇਸ ਦੇ ਨਾਲ ਮਿਲ ਕੇ ਇਹਨੂੰ ਧੀਰਜ ਦਿੰਦੇ ਹਨ, ਹੌਸਲਾ ਦਿੰਦੇ ਹਨ। ਤੇ ਉਹਨਾਂ ਨੂੰ ਹੌਸਲਾ ਦਿੰਦਾ ਹੈ ਕਿ ਤੁਸੀਂ ਕਿਸੇ ਪ੍ਰਕਾਰ ਦਾ ਆਪਣੇ ਮਨ ਦੇ ਵਿੱਚ ਇਹ ਖਿਆਲ ਨਹੀਂ ਕਰਨਾ, ਕਿਸੇ ਤਰ੍ਹਾਂ ਦਾ ਆਪਣੇ ਮਨ ਦੇ ਵਿੱਚ ਖਿਆਲ ਨਹੀਂ ਕਰਨਾ ਕਿ ਅਸੀਂ ਯੁੱਧ ਦੇ ਵਿੱਚ ਹਾਰ ਜਾਵਾਂਗੇ ਜਾਂ ਕਿਸੇ ਤਰ੍ਹਾਂ ਦੀ ਸਾਨੂੰ ਇਹ ਕਮੀ ਹੋਵੇਗੀ। ਇਸ ਕਰਕੇ ਉਹ ਭੀਮ ਚੰਦ ਰਾਜਾ ਉਹਨਾਂ ਨੂੰ ਹੌਸਲਾ ਦਿੰਦਾ ਹੋਇਆ ਉਹਨਾਂ ਦੇ ਹੌਸਲੇ ਨੂੰ ਹੋਰ ਯੁੱਧ ਦੇ ਲਈ ਤਿਆਰ ਕਰਦਾ ਹੈ। ਤੇ ਸੈਨਾ ਦੇ ਪਿੱਛੇ ਆਪ ਭੀਮ ਚੰਦ ਰਾਜਾ ਤੇ ਹੋਰ ਜਿਤਨੇ ਵੀ ਉਹਨਾਂ ਦੇ ਸਾਥੀ ਹਨ ਸਾਰੇ ਸੈਨਾ ਨੂੰ ਤਿਆਰ ਕਰਦੇ ਹੋਏ
ਆਨੰਦਪੁਰ ਸਾਹਿਬ ਦੇ ਕਿਲੇ ਵੱਲ ਨੂੰ ਰਵਾਨਾ ਹੋਏ ਹਨ। ਬੁਲਾਵੇ ਨਹੀਂ ਜਿਉ ਤਥਾ ਘੇਰ ਫੇਰੋ। ਤੇ ਇਸ ਤਰ੍ਹਾਂ ਜਦੋਂ ਉਹ ਆਨੰਦਪੁਰ ਸਾਹਿਬ ਦੇ ਕਿਲੇ ਵੱਲ ਨੂੰ ਰਵਾਨਾ ਹੁੰਦੇ ਹਨ ਤੇ ਫਿਰ ਉਹ ਜਿਹੜੇ ਸਿਪਾਹੀ ਹਨ ਉਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਦੇ ਵੱਲ ਵੇਖਦੇ ਹਨ ਤੇ ਫੌਜਾਂ ਦੇ ਵੱਲ ਰਵਾਨਾ ਹੁੰਦਿਆਂ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘਾਂ ਦੇ ਵੱਲ ਦੇਖਦੇ ਹਨ। ਏਵੰ ਭਾਖ ਕੈ ਚਾਪ ਆਪੰਟਕਾਰਾ। ਤੇ ਇਸ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਅੱਗੋਂ ਆਉਂਦੀਆਂ ਹਨ, ਧਨੁੱਖ ਉਹਨਾਂ ਨੇ ਪਾਏ ਹੋਏ ਹਨ, ਉਹਨਾਂ ਦੇ ਕੋਲ ਵੀ ਬੜੇ ਸੁੰਦਰ ਤੀਰ ਹਨ, ਉਹਨਾਂ ਦੀਆਂ ਸਾਰੀਆਂ ਫੌਜਾਂ ਵੀ ਤਿਆਰ ਬਰ ਤਿਆਰ ਹਨ। ਸਰਮ ਸੰਦ ਕੈ ਚੌਪ ਸੰਗੈ ਪ੍ਰਹਾਰਾ। ਫਿਰ ਯੋਧਿਆਂ ਦੇ ਟੋਲੇ ਦੋਨੋਂ ਪ੍ਰਕਾਰ ਦੋਨੋਂ ਪਾਸਿਆਂ ਤੋਂ ਆਮੋ ਸਾਹਮਣੇ ਹੁੰਦੇ ਹਨ। ਲਏ ਟੋਲ ਜੋਧਾਨ ਕੇ ਬੋਲ ਐਸੇ। ਤੇ ਫਿਰ ਇਹ ਜਿਹੜੇ ਦੋਵੇਂ ਰਾਜੇ ਹਨ ਜਦੋਂ ਆਪਸ ਦੇ ਵਿੱਚ ਕੁਝ ਬੋਲਦੇ ਹਨ ਕਰੋ ਆਜ ਕਾਜਨ ਜਸਨ ਪਾਏ ਜੈਸੇ। ਤੇ ਫਿਰ ਆਪਣੇ ਮਨ ਦੇ ਵਿੱਚ ਇਹ ਖਿਆਲ ਕਰਦੇ ਹਨ, ਇੱਕ ਦੂਜੇ ਦੇ ਨਾਲ ਬਚਨ ਕਰਦੇ ਹਨ ਕਿ ਅੱਜ ਯੁੱਧ ਦੇ ਵਿੱਚ ਇਹੋ ਜਿਹਾ ਕੰਮ ਕਰਨਾ ਹੈ ਜਿਹੜੇ ਸੰਸਾਰ ਦੇ ਲੋਕ ਯਾਦ ਰੱਖਣ ਕਿ ਅੱਜ ਫੌਜਾਂ ਨੇ ਜੰਗ ਦੇ ਵਿੱਚ ਜੋ ਫਤਿਹ ਪਾਈ ਹੈ ਤੇ ਜੇ ਸਾਡੀ ਜੰਗ ਦੇ ਵਿੱਚ ਹਾਰ ਹੋ ਗਈ, ਜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਤੋਂ ਹਾਰ ਗਏ ਤੇ ਸਾਡੀ ਇਹ ਜਿਹੜੀ ਮੁਗਲ ਫੌਜ ਹੈ ਜਾਂ ਪਹਾੜੀ ਫੌਜ ਹੈ, ਇਹਨਾਂ ਫੌਜਾਂ ਦੇ ਉੱਪਰ ਦਾਗ ਲੱਗ ਜਾਵੇਗਾ। ਤੇ ਇਸ ਕਰਕੇ ਇਸ ਦਾਗ ਤੋਂ ਬਚਣ ਦੇ ਲਈ ਆਪਣੀਆਂ ਸਮੂਹ ਸੈਨਾ ਨੂੰ, ਸੂਰਮਿਆਂ ਨੂੰ ਇਹ ਬਚਨ ਕਰਦਾ ਹੈ ਕਿ ਤੁਸੀਂ ਆਪਣੇ ਪੂਰੇ ਬਲ ਦੇ ਨਾਲ ਯੁੱਧ ਕਰਨਾ ਹੈ ਤੇ ਕਿਸੇ ਵੀ ਸੈਨਿਕ ਨੇ ਅੱਜ ਜੰਗ ਤੋਂ ਪਿੱਛੇ ਨਹੀਂ ਹਟਣਾ, ਸਗੋਂ ਅੱਗੇ ਹੋ ਕੇ ਸਾਹਮਣੇ ਹੋ ਕੇ ਦੂਜਿਆਂ ਦਾ ਟਾਕਰਾ ਕਰਨਾ ਹੈ। ਤੇ ਜਿਹੜਾ ਵੀ ਕੋਈ ਤੁਹਾਡੇ ਅੱਗੇ ਆ ਜਾਵੇ ਉਹ ਤੁਹਾਡੇ ਵਾਰ ਤੋਂ ਖਾਲੀ ਨਾ ਜਾਵੇ। ਇਸ ਕਰਕੇ ਉਹ ਬਚਨ ਕਰਦਾ ਹੈ ਕਿ ਜਿਤਨੀਆਂ ਵੀ ਮੇਰੀਆਂ ਫੌਜਾਂ ਹਨ, ਜੇ ਤੁਸੀਂ ਜੰਗ ਦੇ ਵਿੱਚ ਅੱਗੇ ਹੋ ਕੇ ਲੜੋਗੇ ਤੇ ਮੈਂ ਬਹੁਤਾ ਧਨ ਤੁਹਾਨੂੰ ਦਵਾਂਗਾ। ਤੇ ਜੇ ਤੁਸੀਂ ਜੰਗ ਕਰਦਿਆਂ ਹੋਇਆਂ ਮਰ ਗਏ ਤੇ ਫਿਰ ਤੁਸੀਂ ਦੇਵਲੋਕ ਭਾਵ ਸਵਰਗਾਂ ਦੇ ਵਿੱਚ ਜਾਓਗੇ। ਤੇ ਜੇ ਬਚੇ ਰਹੇ ਤੇ ਫਿਰ ਸੰਸਾਰ ਦੇ ਵਿੱਚ ਤੁਹਾਡੀ ਜਿਹੜੀ ਕੀਰਤੀ ਹੈ ਉਹ ਹੋਵੇਗੀ ਕਿ ਤੁਸੀਂ ਸਾਰੇ ਵੈਰੀਆਂ ਨੂੰ ਜੰਗ ਦੇ ਵਿੱਚੋਂ ਮਾਰ ਦਿੱਤਾ ਹੈ। ਤੇ ਸਾਰਿਆਂ ਨੇ ਜਿਹੜੇ ਤੋੜੇ ਹਨ ਆਪਣਾ ਅਸਲਾ ਹੈ ਉਹਨੂੰ ਤਿਆਰ ਕਰ ਲਿਆ। ਬਰੂਦ ਜਿਹੜੇ ਬੰਬ ਹਨ, ਗੋਲੀਆਂ ਹਨ, ਪਲੀਤੇ ਉਹਨਾਂ ਨੇ ਤਿਆਰ ਕਰ ਲਏ। ਗਜਾ ਨਾਲ ਠੋਕ ਕੇ ਜਿਹੜੇ ਤੀਰ ਹਨ ਉਹ ਆਪਣੇ ਮੋਢਿਆਂ ਤੇ ਭਰ ਲਏ ਤੇ ਧਰ ਕੇ ਉਹ ਜੰਗ ਦੇ ਮੈਦਾਨ ਵੱਲ ਨੂੰ ਚੱਲਦੇ ਹਨ। ਤੇ ਗੁਰੂ ਕੀ ਗੜੀ ਵੱਲ ਨੂੰ, ਆਨੰਦਪੁਰ ਦੇ ਕਿਲੇ ਵੱਲ ਨੂੰ ਆਉਂਦੇ ਹਨ ਤੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਉਂਦੇ ਹਨ। ਤੇ ਕੁਝ ਪੈਦਲ ਜਿਹੜੀ ਉਹਨਾਂ ਦੀ ਸੈਨਾ ਹੈ, ਕੁਝ ਘੋੜਿਆਂ ਤੇ ਸਵਾਰ ਹਨ, ਮਿਲ ਕੇ ਆ ਕੇ ਗੁਰੂ ਸਾਹਿਬ ਜੀ ਦੇ ਕਿਲੇ ਨੂੰ ਘੇਰਾ ਪਾਉਂਦੇ ਹਨ। ਇਸ ਲਈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, ਇਹ ਜਿਹੜੇ ਪਹਾੜੀ ਰਾਜੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਲੇ ਤੋਂ ਬਾਹਰ ਕੱਢਣ ਦੇ ਲਈ, ਕਿਲਾ ਖਾਲੀ ਕਰਾਉਣ ਦੇ ਲਈ ਇਹ ਜੰਗ ਲੜਦੇ ਹਨ, ਪਰ ਹਰ ਵਾਰ ਹਾਰ ਜਾਂਦੇ ਹਨ। ਇਸ ਵਾਰ ਵੀ ਇਹ ਆਪਣੇ ਮਨ ਦੇ ਵਿੱਚ ਪਿਛਲੀਆਂ ਹਾਰਾਂ ਨੂੰ ਲੈ ਕਰਕੇ ਆਪਣੇ ਹਿਰਦੇ ਦੇ ਵਿੱਚ ਬੜਾ ਕ੍ਰੋਧ ਧਾਰਦੇ ਹਨ।
ਤੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲ ਜਿਹੜੀਆਂ ਸਿੱਖ ਫੌਜਾਂ ਹਨ ਉਹਨਾਂ ਨੇ ਵੀ ਮੋਰਚੇ ਸੰਭਾਲ ਲਏ, ਕਿਉਂਕਿ ਸਾਰੇ ਸਿੰਘ ਤਿਆਰ ਬਰ ਤਿਆਰ ਹਨ। ਉਹ ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੰਘਾਂ ਦੀਆਂ ਡਿਊਟੀਆਂ ਲਾਈਆਂ ਹਨ ਉਹ ਆਪੋ ਆਪਣੇ ਮੋਰਚਿਆਂ ਤੇ ਤਿਆਰ ਹਨ। ਤੇ ਸਿੰਘਾਂ ਦੇ ਕੋਲ ਵੀ ਬੰਦੂਕਾਂ ਹਨ, ਗੋਲੀਆਂ ਹਨ। ਉਹਨਾਂ ਨੇ ਵੀ ਆਪਣਾ ਜਿਹੜਾ ਸਾਰਾ ਅਸਲਾ ਹੈ ਉਹ ਤਿਆਰ ਕਰ ਲਿਆ। ਤੇ ਜਿਤਨੇ ਵੀ ਉਹਨਾਂ ਦੇ ਕੋਲ ਤੋੜੇਦਾਰ ਬੰਦੂਕਾਂ ਹਨ ਜਾਂ ਹੋਰ ਜਿਤਨੇ ਵੀ ਉਹਨਾਂ ਦੇ ਕੋਲ ਅਸਲੇ ਹਨ, ਅੱਗੇ ਆ ਕਰਕੇ ਉਹ ਜਿਹੜੇ ਸਾਰੇ ਸਿੰਘ ਹਨ ਉਹ ਤਿਆਰ ਬਰ ਤਿਆਰ ਹੁੰਦੇ ਹਨ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਸੂਰਮੇ ਉਹਨਾਂ ਨੂੰ ਮੋੜਵਾਂ ਜਵਾਬ ਦੇਣ ਦੇ ਲਈ ਤਿਆਰ ਬਰ ਤਿਆਰ ਹੁੰਦੇ ਹਨ। ਤੇ ਜੋ ਕਿ ਗੁਰੂ ਖਾਲਸਾ ਮਹਾਰਾਜ ਜੀ ਦੀ ਫੌਜ ਹੈ ਉਹਨਾਂ ਨੇ ਜਿਹੜੀਆਂ ਆਪਣੀਆਂ ਬੰਦੂਕਾਂ ਹਨ ਉਹ ਚਲਵਾਉਣੀਆਂ ਕੀਤੀਆਂ ਹਨ। ਤੇ ਅੱਗੇ ਜਿਹੜਾ ਦੁਸ਼ਮਣ ਹੈ ਉਹ ਵੀ ਉਹਨਾਂ ਦੇ ਵਾਰ ਦਾ ਜਿਹੜਾ ਜਵਾਬ ਦਿੰਦਾ ਹੈ। ਤੇ ਉਧਰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਦੇ ਸਾਹਮਣੇ ਮੁਗਲ ਫੌਜ ਹੈ, ਪਹਾੜੀ ਰਾਜੇ ਹਨ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਦਾ ਨਿਸ਼ਾਨਾ ਬਣਦੇ ਹਨ। ਤੇ ਜਿਹੜਾ ਵੈਰੀ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਦਾ ਤੁਬਕ ਜਿਹੜੀਆਂ ਉਹਨਾਂ ਦੇ ਕੋਲ ਤੀਰ ਹਨ, ਬੰਦੂਕਾਂ ਹਨ, ਉਹਨਾਂ ਦਾ ਸਾਹਮਣਾ ਕਰਦੇ ਹਨ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਜਿਤਨੇ ਵੀ ਸਿੱਖ ਹਨ ਸਾਰੇ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਜੰਗ ਦੇ ਵਿੱਚ ਉਤਰ ਆਉਂਦੇ ਹਨ। ਤੇ ਜਦੋਂ ਰਫਲਾਂ ਚੱਲਦੀਆਂ ਹਨ, ਤੀਰਾਂ ਦੇ ਵਾਰ ਹੁੰਦੇ ਹਨ ਤੇ ਤੜ ਤੜ ਦੀ ਜਿਹੜੀ ਆਵਾਜ਼ ਹੈ ਉਹ ਪੈਦਾ ਹੁੰਦੀ ਹੈ। ਤੁਫੰਗਾਂ ਚੱਲਦੀਆਂ ਹਨ, ਗੋਲੀਆਂ ਚੱਲਦੀਆਂ ਹਨ। ਤੇ ਫਿਰ ਗੋਲੀਆਂ ਦੀ ਜਦੋਂ ਆਵਾਜ਼ ਹੁੰਦੀ ਹੈ ਬੜੀ ਤੇਜ਼ੀ ਦੇ ਨਾਲ ਛੂਕਦੀਆਂ ਹੋਈਆਂ ਗੋਲੀਆਂ ਇੱਕ ਦੂਜੇ ਦੇ ਵੱਲ ਨੂੰ ਜਾਂਦੀਆਂ ਹਨ। ਤੇ ਜਦੋਂ ਬੰਦੂਕਾਂ ਚੱਲਦੀਆਂ ਹਨ ਤੇ ਜੇ ਕੋਈ ਉਹਨਾਂ ਦੇ ਬੰਦੂਕਾਂ ਦੇ ਸਾਹਮਣੇ ਆਉਂਦਾ ਹੈ ਤੇ ਬਚਨ ਕਰਦੇ ਹਨ, ਕਰੇ ਬੇਗ ਗੋਰੀ ਮਹਾਸੂਕ ਪਾਈ। ਤੇ ਜਿਹੜੇ ਮੂਰਖ ਹਨ ਉਹ ਗੋਲੀਆਂ ਦੇ ਸਾਹਮਣੇ ਆ ਕਰਕੇ ਆਪਣੇ ਜੀਵਨ ਨੂੰ ਸਮਾਪਤ ਕਰ ਲੈਂਦੇ ਹਨ। ਤੇ ਕੇਵਲ ਇੱਕ ਗੋਲੀ ਦੇ ਨਾਲ ਹੀ ਉਹ ਜਿਹੜਾ ਵੈਰੀ ਗੁਰੂ ਦੀ ਗੋਲੀ ਦੇ ਸਾਹਮਣੇ ਆਉਂਦਾ ਹੈ ਤੇ ਇੱਕ ਗੋਲੀ ਦੇ ਨਾਲ ਹੀ ਉਹਦਾ ਜਿਸ ਸਥਾਨ ਦੇ ਉੱਪਰ ਗੋਲੀ ਵੱਜ ਜਾਵੇ ਉਸ ਸਥਾਨ ਨੂੰ ਉਹ ਗੋਲੀ ਤੋੜ ਦਿੰਦੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਜਿਤਨੀਆਂ ਵੀ ਫੌਜਾਂ ਹਨ ਜਦੋਂ ਹਮਲਾਵਰ ਦੇ ਉੱਪਰ ਹਮਲਾ ਕਰਦੀਆਂ ਹਨ ਤੇ ਇਹ ਗੋਲੀ ਦਾ ਜਦੋਂ ਹਮਲਾ ਉਹਨਾਂ ਦੇ ਉੱਪਰ ਹੁੰਦਾ ਹੈ, ਜਦੋਂ ਗੋਲੀ ਚੱਲਦੀ ਹੈ ਤੇ ਫਿਰ ਜਿਹੜੇ ਦੁਸ਼ਮਣ ਦੇ ਪ੍ਰਾਣ ਹਨ ਉਹ ਇੱਕੇ ਗੋਲੀ ਦੇ ਨਾਲ ਨਿਕਲ ਜਾਂਦੇ ਹਨ। ਤੇ ਦੋਨੋਂ ਪਾਸਿਆਂ ਦੀਆਂ ਜਿਹੜੀਆਂ ਫੌਜਾਂ ਹਨ ਉਹ ਹਲਾਹਲ ਕਰਦਿਆਂ ਹੋਇਆਂ ਬੋਲਦਿਆਂ ਹੋਇਆਂ ਮਾਰ ਲੋ ਕਰਦਿਆਂ ਹੋਇਆਂ ਇੱਕ ਦੂਜੇ ਦੇ ਉੱਪਰ ਹਮਲਾ ਕਰਦੇ ਹਨ। ਤੇ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਪਹਾੜੀ ਰਾਜਿਆਂ ਦੇ ਉੱਪਰ ਕੋਈ ਬੱਦਲ ਦੀ ਵੱਡੀ ਭਾਰੀ ਘਟਾ ਟੁੱਟ ਗਈ ਹੋਵੇ, ਇਸ ਤਰ੍ਹਾਂ ਸਿੰਘ ਉਹਨਾਂ ਦੇ ਉੱਪਰ ਭਾਰੂ ਪੈ ਰਹੇ ਹਨ। ਤੇ ਪਲੀਤਿਆਂ ਰੂਪੀ ਜਿਹੜੀ ਅਗਨੀ ਦੀ ਮਾਲਾ ਹੈ ਬਿਜਲੀ ਵਾਂਗ ਦੂਰੋਂ ਉੱਠਦੀ ਦਿਖਾਈ ਦਿੰਦੀ ਹੈ। ਸਾਰੇ ਜੰਗ ਦੇ ਵਿੱਚ ਜਦੋਂ ਬੰਬ ਚੱਲਦੇ ਹਨ ਤੇ ਇਹਨਾਂ ਦੀ ਧੂੜ ਦੇ ਨਾਲ ਜੰਗ ਦੇ ਵਿੱਚ ਧੁੰਦ ਦੇ ਸਮਾਨ ਜਿਵੇਂ ਬਿਜਲੀ ਚਮਕਦੀ ਹੈ ਇਸ ਤਰ੍ਹਾਂ ਜਾਪਦਾ ਹੈ। ਬਹੁਤ ਗੋਲੀਆਂ ਇੱਧਰੋਂ ਉੱਧਰੋਂ ਚੱਲਦੀਆਂ ਹਨ, ਮਾਨੋ ਜਿਵੇਂ ਗੜੇ ਡਿੱਗਦੇ ਹੋਣ,
ਜਦੋਂ ਗੜੇ ਧਰਤੀ ਦੇ ਉੱਪਰ ਡਿੱਗਦੇ ਹਨ ਤੇ ਬੜੀ ਆਵਾਜ਼ ਪੈਦਾ ਹੁੰਦੀ ਹੈ, ਉਸੇ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਆਵਾਜ਼ ਪੈਦਾ ਹੋ ਰਹੀ ਹੈ। ਤੇ ਚਾਰੋਂ ਔਰ ਚਾਰੋਂ ਪਾਸੇ ਜਿਹੜੀ ਧੂਏ ਦੀ ਸੰਘਣੀ ਧਾਰ ਉੱਠ ਚੁੱਕੀ ਹੈ। ਤੇ ਚਾਰੇ ਪਾਸੇ ਜਿਹੜੇ ਸੂਰਮੇ ਹਨ ਉਹ ਇਸ ਧੁੰਦ ਦੇ ਨਾਲ, ਹਨੇਰ ਘੁੱਪ ਦੇ ਨਾਲ, ਕੁਝ ਜਿਹੜੇ ਉਹਨਾਂ ਦੇ ਸੂਰਮੇ ਹਨ ਉਹ ਡਰ ਕੇ ਪਿਛਾਂਹ ਨੂੰ ਭੱਜ ਰਹੇ ਹਨ। ਤੇ ਕਈ ਜਿਹੜੇ ਸੈਨਿਕ ਹਨ ਉਹ ਡਰ ਕੇ ਹੋਰ ਆਸੇ ਪਾਸੇ ਨੂੰ ਲੁਕਣ ਦੇ ਲਈ ਭੱਜਦੇ ਹਨ। ਤੇ ਬੰਦੂਕਾਂ ਚੱਲਣ ਦੇ ਨਾਲ ਜੋ ਬਾਰ-ਬਾਰ ਤੜਾਕੇ ਦੀ ਆਵਾਜ਼ ਆਉਂਦੀ ਹੈ, ਮਨ ਉਹ ਬਿਜਲੀ ਪੈਂਦੀ ਹੈ। ਸੂਰਮਿਆਂ ਰੂਪੀ ਬ੍ਰਿਸ਼ ਡਿੱਗਦੇ ਹਨ ਤੇ ਮਾਰੋ ਮਾਰ ਮਚੀ ਹੋਈ ਹੈ। ਤੇ ਦੋਨਾਂ ਪਾਸਿਆਂ ਤੋਂ ਜਦੋਂ ਬੰਦੂਕਾਂ ਚੱਲਦੀਆਂ ਹਨ ਤੇ ਦੋਨਾਂ ਪਾਸਿਆਂ ਤੋਂ ਦੁਸ਼ਮਣ ਇੱਕ ਦੂਜੇ ਦੇ ਉੱਪਰ ਪ੍ਰਹਾਰ ਕਰਦੇ ਹਨ। ਤੇ ਤੁਰਤ ਜਿਹੜੀਆਂ ਬੰਦੂਕਾਂ ਖਾਲੀ ਹੋ ਜਾਂਦੀਆਂ ਹਨ, ਫਿਰ ਦੁਬਾਰਾ ਉਹਨਾਂ ਬੰਦੂਕਾਂ ਨੂੰ ਭਰ ਕਰਕੇ ਆਪਣੇ ਹੱਥਾਂ ਤੇ ਰੱਖ ਕੇ ਫਿਰ ਉਹਨਾਂ ਦਾ ਜਿਹੜਾ ਫੈਰ ਕਰਦੇ ਹਨ। ਤੇ ਜਿਸ ਥਾਂ ਦੇ ਉੱਪਰ ਇਹ ਗੋਲੀ ਵੱਜਦੀ ਹੈ ਉਸ ਅੰਗ ਨੂੰ ਤੋੜ ਦਿੰਦੀ ਹੈ, ਤੋੜ ਭੰਨ ਕਰ ਦਿੰਦੀ ਹੈ। ਤੇ ਜਿਹੜੇ ਜਿਨ੍ਹਾਂ ਦੇ ਉੱਪਰ ਗੋਲੀ ਦਾ ਵਾਰ ਚੱਲ ਜਾਵੇ, ਜਿਨ੍ਹਾਂ ਦੇ ਸਰੀਰ ਨੂੰ ਇਹ ਗੋਲੀ ਲੱਗ ਜਾਵੇ, ਉਹਨਾਂ ਦਾ ਸਰੀਰ ਟੁੱਟ ਫੁੱਟ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਸੂਰਬੀਰ ਹਨ ਉਹ ਤੜਾ ਕਰਕੇ ਧਰਤੀ ਦੇ ਉੱਪਰ ਤੜਾ ਕਰਕੇ ਡਿੱਗਦੇ ਹਨ ਤੇ ਉਹਨਾਂ ਦੇ ਮੂੰਹ ਸਿਰ ਜਿਹੜੇ ਹਨ ਫਟ ਜਾਂਦੇ ਹਨ। ਤੇ ਜਿੱਥੇ ਅਗਲੇ ਪਾਸੇ ਮੋਰਚੇ ਬਣੇ ਹੋਏ ਹਨ ਉੱਥੇ ਜਿਹੜੀਆਂ ਸੈਨਾ ਹਨ ਆਪੋ ਆਪਣਾ ਥਾਂ ਲੈਂਦੀਆਂ ਹਨ। ਤੇ ਜਦੋਂ ਫੌਜਾਂ ਆਪਸ ਦੇ ਵਿੱਚ ਲੜਦੀਆਂ ਹਨ ਉੱਥੇ ਜਿਹੜਾ ਜੰਗ ਦਾ ਮੈਦਾਨ ਹੈ ਉਹ ਬਹੁਤ ਲੋਹੇ ਦੇ ਨਾਲ ਭਰ ਚੁੱਕਿਆ ਹੈ। ਲੋਹੇ ਦੇ ਨਾਲ ਜਿਹੜੀ ਵੱਡੀ ਧੁੰਮਸ ਉਸ ਥਾਂ ਦੇ ਉੱਪਰ ਪੈਦਾ ਹੁੰਦੀ ਹੈ। ਤੇ ਜਦੋਂ ਜੰਗ ਦੇ ਭਾਰੀ ਮੈਦਾਨ ਦੇ ਵਿੱਚ ਬੰਕੇ ਸਿਪਾਹੀ ਇੱਕ ਦੂਜੇ ਨੂੰ ਲਲਕਾਰਦੇ ਹਨ, ਦੋਨੇ ਸਿਪਾਹੀ ਆਪਸ ਦੇ ਵਿੱਚ ਲੜਨ ਦੇ ਲਈ ਜੁਟੇ ਹੋਏ ਹਨ। ਤੇ ਉਧਰ ਜਿਹੜੇ ਢੋਲ ਵੱਜਦੇ ਹਨ, ਨਗਾਰੇ ਵੱਜਦੇ ਹਨ ਤੇ ਨਗਾਰਿਆਂ ਦੀ ਬਹੁਤ ਜਿਹੜੀ ਆਵਾਜ਼ ਡੱਗੇ ਵੱਜਣ ਦੀ ਹੈ ਉਹ ਬਹੁਤ ਭਾਰੀ ਮਾਤਰਾ ਦੇ ਵਿੱਚ ਆ ਰਹੀ ਹੈ। ਤੇ ਜਦੋਂ ਕਟੋਚੀਏ ਰਾਜੇ ਨੇ ਇਹ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਸਾਡੀ ਪਹਾੜੀ ਰਾਜਿਆਂ ਦੇ ਉੱਪਰ ਭਾਰੂ ਪੈ ਰਹੀਆਂ ਹਨ, ਤੇ ਉਹ ਕਟੋਚੀਏ ਰਾਜੇ ਨੇ ਆਪਣੇ ਸੂਰਮਿਆਂ ਨੂੰ ਲਲਕਾਰਦਿਆਂ ਹੋਇਆ ਇਸ ਤਰ੍ਹਾਂ ਬਚਨ ਕਰਦਾ ਹੈ ਕਿ ਉਹ ਕਾਇਰੋ ਤੁਸੀਂ ਕਿਉਂ ਡਰਦੇ ਹੋ? ਤੇ ਉਹ ਬਚਨ ਕਰਦਾ ਹੈ ਕਿ ਹੁਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅੱਧੀ ਫੌਜ ਰਹਿ ਗਈ ਹੈ, ਕਹਾਂ ਸਿੰਘ ਥੋੜੇ, ਹੁਣ ਤੇ ਸਿੰਘਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ ਹੈ, ਕਿਉਂਕਿ ਪਹਿਲੇ ਜੰਗ ਬਿਨਾਸੇ, ਪਿਛਲੇ ਜੰਗ ਦੇ ਵਿੱਚ ਗੁਰੂ ਸਾਹਿਬ ਜੀ ਦੇ ਸਿੰਘ ਹਨ ਉਹ ਅਸੀਂ ਬਹੁਤ ਗਿਣਤੀ ਦੇ ਵਿੱਚ ਖਤਮ ਕਰ ਦਿੱਤੇ ਹਨ। ਤੇ ਜਦੋਂ ਇਹ ਜਿਹੜਾ ਰਾਜਾ ਕਟੋਚੀਆ ਹੈ ਆਪਣੇ ਸੈਨਿਕਾਂ ਨੂੰ ਜਦੋਂ ਇਹ ਬਚਨ ਕਰਦਾ ਹੈ, ਉਹਨਾਂ ਨੂੰ ਜੰਗ ਦੇ ਲਈ ਲਲਕਾਰਦਾ ਹੈ, ਤੇ ਫਿਰ ਜਿਹੜੀ ਉਹਨਾਂ ਦੀ ਸੈਨਾ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫੌਜ ਤੋਂ ਡਰਦਿਆਂ ਹੋਇਆ ਜਿਹੜੇ ਪਿੱਛੇ ਨੂੰ ਦੌੜ ਰਹੇ ਸਨ, ਤੇ ਉਹਨਾਂ ਨੇ ਕੁਝ ਆਪਣੇ ਅੰਦਰ ਹੋਰ ਸ਼ਕਤੀ ਧਾਰ ਕਰਕੇ ਗੁਰੂ ਸਾਹਿਬ ਜੀ ਦੀਆਂ ਸੈਨਾ ਦੇ ਉੱਪਰ ਹਮਲਾ ਕਰਨ ਦੇ ਲਈ ਅੱਗੇ ਹੁੰਦੇ ਹਨ। ਤੇ ਫਿਰ ਇਹ ਦੁੱਗਣੇ ਬਲ ਦੇ ਨਾਲ
ਆਪਣੀ ਦੁੱਗਣੀ ਤਾਕਤ ਦੇ ਨਾਲ ਗੁਰੂ ਕੀਆਂ ਫੌਜਾਂ ਦੇ ਉੱਪਰ ਹਮਲਾ, ਵੱਡਾ ਹਮਲਾ ਬੋਲਦੇ ਹਨ। ਕਹਿਓ ਘਮੰਡ ਚੰਦ ਭਟਕਨ ਸੋ ਅਗਰ ਆਪ ਹੀ ਚਾਲਾ। ਤੇ ਫਿਰ ਜਿਹੜਾ ਘਮੰਡ ਚੰਦ ਰਾਜਾ ਹੈ, ਜਿਹਨੂੰ ਆਪਣੇ ਸਰੀਰ ਦੇ ਉੱਪਰ ਬੜਾ ਘਮੰਡ ਹੈ, ਇਹ ਬੜਾ ਮਾਣ ਕਰਦਾ ਹੈ ਕਿ ਮੈਂ ਪਹਾੜੀ ਰਾਜਿਆਂ ਦੇ ਵਿੱਚ ਬੜਾ ਸ਼ਕਤੀਵਾਨ ਰਾਜਾ ਹਾਂ, ਮੇਰੇ ਕੋਲ ਬੜਾ ਬਲ ਹੈ। ਤੇ ਉਹ ਘਮੰਡ ਚੰਦ ਰਾਜਾ ਬਹੁਤ ਘਮੰਡ ਦੇ ਵਿੱਚ ਬਹੁਤ ਸਾਰੇ ਸੂਰਮਿਆਂ ਨੂੰ ਲੈ ਕਰਕੇ ਅੱਗੇ ਆਪ ਚੱਲਦਾ ਹੈ। ਖਬਰਾ ਤੀਖਨ ਭੀਖਨ ਰੀਨਸ ਚਾਪ ਕਠੋਰ ਬਿਸਾਲਾ। ਤੇ ਉਹ ਘਮੰਡ ਚੰਦ ਜਿਹੜਾ ਰਾਜਾ ਹੈ, ਉਹਨੇ ਆਪਣੇ ਕੋਲ ਬਹੁਤ ਤਿੱਖੇ ਤੀਰ ਲਏ ਹਨ ਤੇ ਜਿਹੜੇ ਧਨੁੱਖ ਦੇ ਉੱਪਰ ਚੜਾ ਕਰਕੇ ਉਹਦਾ ਧਨੁੱਖ ਵੀ ਬੜਾ ਸਖਤ ਹੈ। ਐਚ ਐਚ ਸਿੰਘਨ ਕੇ ਸਨਮੁਖ ਸ਼ੋਰੇ ਬਾਣ ਮਹਾਨੇ। ਤੇ ਇਹ ਜਿਹੜਾ ਇਹ ਰਾਜਾ ਹੈ ਘਮੰਡ ਚੰਦ, ਇਹ ਖਿੱਚ ਖਿੱਚ ਕੇ ਗੁਰੂ ਕੀਆਂ ਫੌਜਾਂ ਦੇ ਸਿੰਘਾਂ ਦੇ ਉੱਪਰ ਆਪਣੇ ਤੀਰ ਛੱਡਦਾ ਹੈ। ਸੁਬਟ ਭਲੀ ਕੇ ਕਰਤੇ ਚੱਲ ਚੱਲ ਬੀਤਤ ਪਾਰ ਪਰਾਨੇ। ਤੇ ਇਹ ਜਿਹੜੇ ਇਹ ਘਮੰਡ ਚੰਦ ਰਾਜੇ ਦੇ ਜਿਹੜੇ ਤੀਰ ਹਨ, ਗੁਰੂ ਕੇ ਬੜੇ ਬਹਾਦਰ ਯੋਧਿਆਂ ਨੂੰ ਇਹ ਘਾਇਲ ਕਰਦੇ ਹਨ, ਕਿਉਂਕਿ ਇਹ ਘਮੰਡ ਚੰਦ ਰਾਜਾ, ਇਹਨੂੰ ਆਪਣੇ ਸਰੀਰ ਦੇ ਉੱਪਰ ਬੜਾ ਮਾਣ ਹੈ ਤੇ ਘਮੰਡ ਦੇ ਵਿੱਚ ਹੀ ਆਪਣੇ ਆਪ ਦੇ ਵਿੱਚ ਬੜਾ ਬਲੀ ਕਹਾਉਂਦਾ ਹੈ। ਲਗੇ ਕਿਤਕ ਸਿੰਘਨ ਕੇ ਜਬ ਹੂੰ ਆਲਮ ਸਿੰਘ ਬਿਲੋਕੇ। ਤੇ ਜਦੋਂ ਇਹਨੇ ਗੁਰੂ ਕੀਆਂ ਕਾਫੀ ਫੌਜਾਂ ਨੂੰ ਘਾਇਲ ਕੀਤਾ ਆਪਣੇ ਤੀਰਾਂ ਦੇ ਨਾਲ, ਤੇ ਉਧਰੋਂ ਗੁਰੂ ਕਾ ਸਿੱਖ ਜਰਨੈਲ ਜਿਹੜਾ ਭਾਈ ਆਲਮ ਸਿੰਘ ਹੈ, ਉਹਨੇ ਵੇਖਿਆ ਕਿ ਇਹ ਜਿਹੜੇ ਪਹਾੜੀ ਰਾਜੇ ਹਨ, ਕਟੋਚੀਏ ਵਰਗੇ ਰਾਜੇ ਹਨ, ਸਾਡੇ ਸਿੱਖਾਂ ਦੇ ਉੱਪਰ ਭਾਰੂ ਪੈ ਰਹੇ ਹਨ। ਏਲਾ ਘਾਲਤ ਘੇਲਤ ਬਲ ਤੇ ਰਹੇ ਨਾ ਕਿਉਂ ਹੂੰ ਰੋਕੇ। ਤੇ ਫਿਰ ਇਹ ਭਾਈ ਜਿਹੜਾ ਆਲਮ ਸਿੰਘ ਹੈ, ਇਹਨੇ ਕਟੋਚੀਏ ਵੱਲ ਆਪਣੇ ਆਪ ਨੂੰ ਵਧਾਇਆ ਤੇ ਕਟੋਚੀਏ ਦੇ ਵੱਲ ਨੂੰ ਵੱਧਦਿਆਂ ਹੋਇਆ ਭਾਈ ਘਮੰਡ ਚੰਦ ਨੂੰ ਘਾਇਲ ਕਰਨ ਦੇ ਲਈ ਅੱਗੇ ਵਧਦਾ ਹੈ। ਜੋਰ ਮੋਰਚੇ ਪਰ ਬਹੁ ਦੇ ਕੇ ਸਿੰਘ ਨਿਕਾਸਨ ਕੀਨੇ। ਕਿਉਂਕਿ ਉਹਨਾਂ ਨੇ ਗੁਰੂ ਕੇ ਮੋਰਚਿਆਂ ਦੇ ਉੱਪਰ ਆਪਣਾ ਕਬਜ਼ਾ ਕਰਕੇ ਕਈ ਸਿੰਘਾਂ ਨੂੰ ਗੁਰੂ ਕੇ ਮੋਰਚੇ ਦੇ ਵਿੱਚੋਂ ਕੱਢ ਦਿੱਤਾ ਸੀ। ਕੋ ਮਰ ਗਏ ਭਏ ਕੋ ਘਾਇਲ ਕਿਨੋ ਓਟ ਗੱਡ ਲੀਨੇ। ਤੇ ਜਦੋਂ ਇਹਨਾਂ ਪਹਾੜੀ ਰਾਜਿਆਂ ਨੇ ਇੱਕੇ ਦਮ ਜੋਸ਼ ਦੇ ਵਿੱਚ ਆ ਕਰਕੇ ਗੁਰੂ ਕੀਆਂ ਫੌਜਾਂ ਦੇ ਉੱਪਰ ਹਮਲਾ ਕੀਤਾ, ਕਈ ਸਿੱਖ ਤੇ ਜਿਹੜੇ ਮਰ ਗਏ, ਕਈ ਜਿਹੜੇ ਘਾਇਲ ਹੋ ਗਏ, ਤੇ ਕਿਸੇ ਸਿੱਖਾਂ ਨੇ ਜਾ ਕਰਕੇ ਸਖਤ ਥਾਂ ਤੇ ਓਟ ਲੈ ਲਈ। ਸਹਿ ਨਾ ਸਕਿਓ ਆਲਮ ਸਿੰਘ ਜੋਧਾ ਕਸ ਬੰਦੂਕ ਸੰਭਾਰੀ। ਤੇ ਫਿਰ ਗੁਰੂ ਕਾ ਯੋਧਾ ਆਲਮ ਸਿੰਘ ਜੀ, ਇਹ ਜਿਹੜੀ ਉਹਨਾਂ ਦੀ ਵਧੀਕੀ ਹੈ, ਇਹਨੂੰ ਸਹਿ ਨਾ ਸਕਿਆ ਤੇ ਫਿਰ ਉਹਨੇ ਜੋਸ਼ ਦੇ ਵਿੱਚ ਆ ਕੇ ਆਪਣੀ ਬੰਦੂਕ ਸੰਭਾਲ ਲਈ। ਚੰਚਲ ਤਰਾਂਦ ਚਾਵਤ ਗਮਨਿਓ ਤਕੈ ਦਾਵ ਅਤ ਭਾਰੀ। ਤੇ ਫਿਰ ਆਪਣੇ ਚੰਚਲ ਘੋੜੇ ਨੂੰ ਨਚਾਉਂਦਾ ਹੋਇਆ ਭਾਈ ਆਲਮ ਸਿੰਘ ਜੀ, ਜਿਹਨੂੰ ਆਲਮ ਸਿੰਘ ਨੱਚਣਾ ਵੀ ਬੋਲਦੇ ਹਨ, ਉਹ ਆਲਮ ਸਿੰਘ ਆਪਣੇ ਚੰਚਲ ਘੋੜੇ ਨੂੰ ਨਚਾਉਂਦਾ ਹੋਇਆ ਭਾਰੀ ਸੂਝ-ਬੂਝ ਦੇ ਨਾਲ ਉਹ ਇਹਨਾਂ ਘਮੰਡ ਚੰਦ ਰਾਜੇ ਦੇ ਵੱਲ ਨੂੰ ਆਉਂਦਾ ਹੈ। ਤੇ ਘੋੜੇ ਦੇ ਉੱਪਰ ਜਦੋਂ ਇਹ ਘਮੰਡ ਚੰਦ ਰਾਜਾ ਚੜਿਆ ਹੋਇਆ ਹੈ, ਗੁਰੂ ਕੇ ਆਲਮ ਸਿੰਘ ਨੇ ਇਹ ਜਿਹੜਾ ਘਮੰਡ ਚੰਦ ਰਾਜਾ ਹੈ, ਇਹਨੂੰ ਲਲਕਾਰਨਾ ਕੀਤਾ। ਗੁਰੂ ਕੇ ਸਿੰਘ ਨੇ ਲਲਕਾਰਾ ਮਾਰਿਆ ਹੈ। ਮੂੜ ਕਰੋ ਰਹੋ ਲਿਓ ਅਬੈ ਫਲ ਤੈ ਸਿੰਘਨ ਕੋ ਮਾਰਾ। ਹੇ ਮੂਰਖ ਘਮੰਡ ਚੰਦ, ਬਚਨ ਕਰਦੇ ਹਨ ਕਿ ਮੂਰਖ ਘਮੰਡ ਚੰਦ, ਹੁਣ ਤੂੰ ਆਪਣੀ ਥਾਂ ਦੇ ਉੱਪਰ ਖੜਾ ਰਹੀ, ਕਿਉਂਕਿ ਤੂੰ ਬਹੁਤੇ ਸਿੰਘਾਂ ਨੂੰ ਮਾਰਿਆ ਹੈ, ਹੁਣ ਆਪਣੀ ਕਰਨੀ ਦਾ ਫਲ ਲੈ। ਕਰਤ ਕਵਾਇਤ ਫੇਰਿਓ ਘੋੜਾ ਤਕ ਛਤਰ ਤਨ ਮਾਰੀ। ਫਿਰ ਕਵਾਇਦ ਕਰਕੇ ਘੋੜਾ ਗੁਰੂ ਕੇ ਸਿੰਘ ਨੇ ਫੇਰਿਆ ਤੇ ਫਿਰ ਵੈਰੀ ਨੂੰ ਵੇਖ ਕਰਕੇ ਗੁਰੂ ਕੇ ਆਲਮ ਸਿੰਘ ਨੇ ਆਪਣੀ ਤਫੰਗ ਦੇ ਵਿੱਚੋਂ, ਬੰਦੂਕ ਦੇ ਵਿੱਚੋਂ ਗੋਲੀ ਮਾਰੀ। ਦੁਖਤ ਭਲੀਤਾ ਉਠਿਓ ਧੜਾਕਾ ਗੋਰੀ ਸ਼ੂਕ ਸਿਧਾਰੀ। ਤੇ ਫਿਰ ਜਿਹੜੀ ਗੋਲੀ ਹੈ ਉਹ ਘਮੰਡ ਚੰਦ ਰਾਜੇ ਵੱਲ ਨੂੰ ਜਾਂਦੀ ਹੈ ਸ਼ੂਕਦੀ ਹੋਈ। ਲੱਖ ਘਮੰਡ ਚੰਦ ਤੁਪਕ ਤਕੀ ਮੋਹੇ ਚੰਚਲ ਕੀਨ
ਤੇ ਜਦੋਂ ਘਮੰਡ ਚੰਦ ਰਾਜੇ ਨੇ ਵੇਖਿਆ ਕਿ ਮੇਰੇ ਵੱਲ ਨੂੰ ਗੁਰੂ ਕੇ ਆਲਮ ਸਿੰਘ ਨੇ ਨਿਸ਼ਾਨਾ ਤੱਕਿਆ ਹੈ, ਲੈ ਹੁਣ ਇਹ ਜਿਹੜੀ ਗੋਲੀ ਕਾ ਉਹਨੇ ਮੇਰਾ ਨਿਸ਼ਾਨਾ ਤੱਕ ਕੇ ਮਾਰੀ ਕਾ। ਬਚਿਓ ਆਪ ਜਮ ਮੁਕਤੇ ਮਾਨੋ ਗੁਲਕਾ ਲੱਗੀ ਨਾ ਅੰਗਾ। ਤੇ ਉਸ ਸਮੇਂ ਜਿਹੜਾ ਇਹ ਘਮੰਡ ਚੰਦ ਰਾਜਾ ਹੈ, ਇਹਨੇ ਆਪਣੀ ਆਪ ਦਾ ਬਚਾਅ ਕੀਤਾ ਤੇ ਆਪਣੇ ਚੰਚਲ ਘੋੜੇ ਨੂੰ ਲੱਤ ਮਾਰ ਕਰਕੇ ਉਸ ਥਾਂ ਦੇ ਉੱਪਰੋਂ ਤੋਰਦਾ ਹੈ। ਤੇ ਪਰ ਉਹ ਗੋਲੀ ਇਹਦੇ ਸਰੀਰ ਨੂੰ ਤੇ ਨਹੀਂ ਲੱਗੀ, ਪਰ ਜਿਹੜਾ ਇਹਦਾ ਘੋੜਾ ਹੈ ਚੰਚਲ ਘੋੜਾ, ਉਹਦੀ ਧੌਣ ਦੇ ਉੱਪਰ ਗੋਲੀ ਵੱਜਦੀ ਹੈ। ਕਿ ਗਰੀਬ ਲੱਗੀ ਦਲ ਗਿਰਕਾ ਪੁੱਤਰ ਕਟੋਚ ਸੰਭਾਰਾ। ਤੇ ਜਦੋਂ ਘੋੜੇ ਦੀ ਧੌਣ ਦੇ ਉੱਪਰ ਗੋਲੀ ਵੱਜੀ ਤੇ ਘੋੜਾ ਆਪਣੇ ਸਰੀਰ ਨੂੰ ਨਾ ਸਹਾਰਦਿਆਂ ਹੋਇਆਂ ਗੋਲੀ ਦੀ ਮਾਰ ਦੇ ਨਾਲ ਉਹ ਧਰਤੀ ਦੇ ਉੱਪਰ ਡਿੱਗ ਪੈਂਦਾ ਹੈ। ਤੇ ਘਮੰਡ ਚੰਦ ਰਾਜਾ ਆਪਣੇ ਸਰੀਰ ਨੂੰ ਸੰਭਾਲਦਾ ਹੈ। ਭਇਓ ਪਦਾਤੀ ਤਉ ਚਾਪ ਗਏ ਧਰ ਧਨ ਮੈਂ ਸਰ ਮਾਰਾ। ਤੇ ਪਰ ਉਹ ਗੋਲੀ ਘੋੜੇ ਦੀ ਧੌਣ ਤੇ ਲੱਗਣ ਕਰਕੇ ਕਟੋਚ ਰਾਜਾ ਉਸ ਤੋਂ ਬਚ ਗਿਆ। ਉਹਨੇ ਆਪਣੇ ਸਰੀਰ ਨੂੰ ਸੰਭਾਲਦਿਆਂ ਹੋਇਆ ਫਿਰ ਉਹ ਆਪਣੇ ਜਿਹੜੀ ਤੀਰ ਕਮਾਨ ਦੇ ਵਿੱਚੋਂ ਤੀਰ ਕੱਸਦਾ ਹੈ। ਭੀਮ ਚੰਦ ਅਵਲੋਕਿਓ ਹੈ ਮ੍ਰਿਤ ਭਇਓ ਆਪ ਕੁਛ ਆਗੇ। ਤੇ ਜਦੋਂ ਭੀਮ ਚੰਦ ਰਾਜੇ ਵਰਗਿਆਂ ਨੇ ਵੇਖਿਆ ਕਿ ਰਾਜਾ ਘਮੰਡ ਚੰਦ ਗੁਰੂ ਕੀਆਂ ਫੌਜਾਂ ਦੇ ਵਿੱਚ ਘੇਰਿਆ ਗਿਆ ਹੈ, ਤੇ ਉਹ ਭੀਮ ਚੰਦ ਰਾਜੇ ਨੇ ਆਪਣੇ ਕੁਝ ਹੋਰ ਸਾਥੀਆਂ ਨੂੰ ਲਿਆ ਤੇ ਅੱਗੇ ਆਉਂਦਾ ਹੈ। ਸਭ ਵੀਰਨ ਕੋ ਪ੍ਰੇਰਨ ਕੀਨਾ ਪਹੁੰਚਿਓ ਦੇਰ ਨਾ ਲਾਗੇ। ਤੇ ਆਪਣੇ ਸੂਰਬੀਰ ਯੋਧਿਆਂ ਨੂੰ ਪ੍ਰੇਰਦਾ ਹੈ ਭੀਮ ਚੰਦ ਰਾਜਾ, ਪ੍ਰੇਰਦਿਆਂ ਹੋਇਆਂ ਬਚਨ ਕਰਦਾ ਹੈ ਛੇਤੀ ਕਰੋ, ਹੁਣ ਦੇਰੀ ਨਾ ਲਾਓ। ਜਿਹੜਾ ਘਮੰਡ ਚੰਦ ਹੈ ਉਹ ਗੁਰੂ ਕੀਆਂ ਫੌਜਾਂ ਦੇ ਵਿੱਚ ਘੇਰਿਆ ਗਿਆ ਹੈ। ਅਰੇ ਓ ਨਰਿੰਦ ਘਮੰਡ ਚੰਦ ਰਣ ਹੁਜੈ ਸਕਲ ਸਹਾਈ। ਤੇ ਰਾਜਾ ਘਮੰਡ ਚੰਦ ਰਣ ਖੇਤਰ ਦੇ ਵਿੱਚ ਅੜ ਗਿਆ ਹੈ। ਉਸ ਰਾਜੇ ਦੀ ਮਦਦ ਕਰਨ ਦੇ ਲਈ ਸਾਰੇ ਉਸ ਦੇ ਕੋਲ ਪਹੁੰਚੋ। ਕਿਸੋਂ ਦਿਲਾਸਾ ਕਿਸੋਂ ਰਿਸ ਕਰ ਆਗੇ ਧਰ ਸਮੁਦਾਈ। ਤੇ ਰਾਜਾ ਭੀਮ ਚੰਦ ਕਿਸੇ ਨੂੰ ਤੇ ਦਿਲਾਸਾ ਦਿੰਦਾ ਹੈ, ਹੌਸਲਾ ਦਿੰਦਾ ਹੈ ਕਿ ਚਲੋ ਅੱਗੇ ਵਧੋ। ਹੌਸਲਾ ਦਿੰਦਿਆਂ ਹੋਇਆ ਉਹਨਾਂ ਦੇ ਹੌਸਲੇ ਨੂੰ ਵਧਾਉਂਦਾ ਹੈ ਤੇ ਕਿਸੇ ਨੂੰ ਗੁੱਸੇ ਦੇ ਨਾਲ ਗੁਰੂ ਕੀਆਂ ਫੌਜਾਂ ਦੇ ਅੱਗੇ ਕਰਦਾ ਹੈ। ਇਤ ਤੇ ਉਮੜ ਖਾਲਸਾ ਸਨਮੁਖ ਤਜੇ ਤੀਰ ਅਰ ਗੋਰੀ। ਤੇ ਇੱਧਰ ਗੁਰੂ ਕਾ ਖਾਲਸਾ ਜਿਹੜਾ ਕਿ ਆਪਣੇ ਮੋਰਚਿਆਂ ਨੂੰ ਸੰਭਾਲੀ ਬੈਠਾ ਹੈ, ਗੁਰੂ ਕੇ ਖਾਲਸੇ ਨੇ ਗੋਲੀਆਂ ਕੱਸੀਆਂ ਤੀਰ ਕੱਸੇ ਹਨ। ਹਿੱਲੇ ਪਰ ਹਿੱਲਾ ਵੱਡ ਘਾਲਿਓ ਰੁਪਏ ਕੋਪ ਦੋਏ ਓਰੀ। ਤੇ ਹੱਲੇ ਉੱਤੇ ਹੱਲਾ ਕਰਦੇ ਹੋਏ ਜਿਹੜੇ ਗੁਰੂ ਕੇ ਫੌਜ ਹੈ ਤੇ ਜਿਹੜੇ ਉਹ ਰਾਜੇ ਭੀਮ ਚੰਦ ਦੇ ਸਿਪਾਹੀ ਪ੍ਰੇਰੇ ਹੋਏ ਹਨ, ਉਹ ਗੁਰੂ ਕੀਆਂ ਫੌਜਾਂ ਵੱਲ ਵੱਧਦੇ ਹਨ। ਪਰਿਓ ਜੋਰ ਪੁਨ ਸਿੰਘਨ ਕੇਰਾ ਲਾਗੇ ਫਿਰਨ ਪਹਾੜੀ। ਫਿਰ ਸਿੰਘਾਂ ਦੇ ਵਿੱਚ ਤੇ ਪਹਾੜੀਆਂ ਦੇ ਵਿੱਚ ਹੋਰ ਵੀ ਜ਼ਿਆਦਾ ਘਮਸਾਨ ਦਾ ਯੁੱਧ ਮਚਦਾ ਹੈ। ਦੋਨਾਂ ਦੇ ਵਿੱਚ ਫਿਰ ਲੜਾਈ ਮਚਦੀ ਹੈ। ਅਬ ਲਲਕਾਰ ਕਟੋਤੀ ਬੈਠਿਓ ਲੈ ਕੁਛ ਓਟ ਅਦਾਰੀ। ਫਿਰ ਉਹ ਜਿਹੜਾ ਕਟੋਚੀਆ ਰਾਜਾ ਹੈ ਫਿਰ ਉਹਨੇ ਕੋਈ ਓਟ ਲੈ ਕਰਕੇ ਫਿਰ ਗੁਰੂ ਕੀਆਂ ਫੌਜਾਂ ਨੂੰ ਲਲਕਾਰਨਾ ਕੀਤਾ। ਹਰਕਸ਼ ਤੇ ਸਰ ਕਾਟਬ ਖੁਏਰੇ ਉਠੋ ਨਾ ਹਟ ਹਉ ਪਾਛੇ। ਤੇ ਉਹ ਜਿਹੜਾ ਇਹ ਰਾਜਾ ਹੈ ਕਟੋਚੀਆ ਰਾਜਾ, ਜਿਹਨੇ ਹੱਠ ਕਰ ਲਿਆ ਕਿ ਮੈਂ ਹੁਣ ਕੁਝ ਵੀ ਹੋ ਜਾਵੇ, ਮੈਂ ਆਪਣੇ ਤੀਰ ਉਹਨੇ ਉਸ ਥਾਂ ਦੇ ਉੱਪਰ ਥੱਲੇ ਖਿਲਾਰ ਲਏ ਕਿ ਕੁਝ ਵੀ ਹੋ ਜਾਵੇ, ਮੇਰਾ ਇਹ ਹੱਠ ਹੈ, ਮੇਰੀ ਇਹ ਜਿੱਦ ਹੈ, ਮੈਂ ਇਸ ਥਾਂ ਤੋਂ ਪਿੱਛੇ ਨਹੀਂ ਹਟਾਂਗਾ। ਤੇ ਫਿਰ ਜਦੋਂ ਇਹ ਕਟੋਚੀਆ ਰਾਜਾ ਮੋਰਚੇ ਤੇ ਡਟਿਆ ਹੈ, ਇਹਨੂੰ ਦੇਖ ਕਰਕੇ ਗੁਲੇਰੀਏ ਦਾ ਰਾਜਾ ਹੋਰ ਪਹਾੜੀ ਰਾਜੇ ਵੀ ਅੱਗੇ ਵਧਦੇ ਹਨ। ਲੈ ਲੈ ਸੁਬਟ ਪਰੇ ਸਿੰਘਨ ਪਰ ਮਾਰ ਮਚੀ ਇੱਕ ਸਾਰਾ। ਤੇ ਫਿਰ ਦੋਨਾਂ ਦੇ ਵਿੱਚ ਸਿੰਘਾਂ ਦੇ ਵਿੱਚ ਤੇ ਪਹਾੜੀ ਰਾਜਿਆਂ ਦੇ ਵਿੱਚ ਫਿਰ ਘਮਸਾਨ ਦਾ ਯੁੱਧ ਮਚਦਾ ਹੈ। ਇਸ ਤਰ੍ਹਾਂ ਯੁੱਧ ਦੇ ਵਿੱਚ ਹੋਰ ਵੀ ਜ਼ਿਆਦੀ ਜਿਹੜੀ ਲੜਾਈ ਭੜਕਦੀ ਹੈ। ਗਿਰਹਿ ਮਰਹਿ ਦੜਾ ਕਰਹਿ ਧਰਾ ਕਰ ਘਾਇਲ ਕਰਤ ਪੁਕਾਰਾ। ਤੇ ਜਿਹੜੇ ਸੂਰਮੇ ਹਨ ਡਿੱਗਦੇ ਹਨ, ਮਰਦੇ ਹਨ, ਧੜਾ ਧਰ ਕਰਕੇ ਆਪਣੇ ਸਰੀਰਾਂ ਦਾ ਤਿਆਗ ਕਰਕੇ
ਜਿਨ੍ਹਾਂ ਦੇ ਸਰੀਰ ਦੇ ਉੱਪਰ ਸੱਟਾਂ ਵੱਜਦੀਆਂ ਹਨ, ਉਹ ਧੜਾ ਧੜ ਕਰਕੇ ਧਰਤੀ ਦੇ ਉੱਪਰ ਡਿੱਗਦੇ ਹਨ, ਘਾਇਲ ਹੋਏ, ਤੇ ਉਹ ਉੱਚੀ ਉੱਚੀ ਆਪਣੇ ਮੁਖ ਦੇ ਵਿੱਚੋਂ ਜਿਹੜੀਆਂ ਕਿ ਆਵਾਜ਼ਾਂ ਮਾਰਦੇ ਹਨ, ਡਾਂਡਾ ਮਾਰਦੇ ਹਨ, ਮੁਖ ਦੇ ਵਿੱਚੋਂ ਹਾਏ ਬੂ ਦੇ ਜਿਹੜੀਆਂ ਆਵਾਜ਼ਾਂ ਉਹਨਾਂ ਚੋਂ ਨਿਕਲਦੀਆਂ ਹਨ। ਕਿਉਂਕਿ ਜਦੋਂ ਗੁਰੂ ਕੀਆਂ ਫੌਜਾਂ ਦਾ ਮੁਕਾਬਲਾ ਕਰਦਿਆਂ ਹੋਇਆ ਜਿਹੜੇ ਪਹਾੜੀ ਰਾਜੇ ਹਨ, ਉਹਨਾਂ ਦੀਆਂ ਕੁਝ ਫੌਜਾਂ ਤੇ ਗੁਰੂ ਕੇ ਸਿੰਘਾਂ ਦੇ ਵਿੱਚ ਜਦੋਂ ਇਹ ਯੁੱਧ ਹੋਇਆ ਤੇ ਦੋਨਾਂ ਦੇ ਵਿੱਚ ਜਿਹੜਾ ਟਕਰਾਓ ਪੂਰਾ ਹੈ, ਦੋਨਾਂ ਦੀਆਂ ਫੌਜਾਂ ਇੱਕ ਦੂਜੇ ਦੇ ਵਾਰਾਂ ਦੇ ਨਾਲ ਡਿੱਗਦੀਆਂ ਹਨ। ਤੇ ਇਹ ਜਿਹੜਾ ਪਹਾੜੀ ਰਾਜਿਆਂ ਦਾ ਬਲ ਹੈ, ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਆਪਣਾ ਬਲ ਗੁਰੂ ਕੀਆਂ ਫੌਜਾਂ ਦੇ ਉੱਪਰ ਪਾਇਆ ਤੇ ਗੁਰੂ ਕੀਆਂ ਫੌਜਾਂ ਮੋਰਚੇ ਨੂੰ ਛੱਡ ਕਰਕੇ ਲੋਹਗੜ੍ਹ ਦੇ ਕਿਲੇ ਵੱਲ ਨੂੰ ਹੋਈਆਂ ਹਨ। ਤੇ ਗੁਰੂ ਕੇ ਖਾਲਸੇ ਦੀਆਂ ਜਿਹੜੀਆਂ ਫੌਜਾਂ ਹਨ, ਉਹ ਲੋਹਗੜ੍ਹ ਦੇ ਦਵਾਰ ਦੇ ਕੋਲ ਹੋ ਕਰਕੇ ਕਈ ਸਿੱਖ ਦਰਵਾਜ਼ੇ ਦੇ ਅੰਦਰ ਗਏ ਹਨ ਤੇ ਕਈ ਜਿਹੜੇ ਸਿੱਖ ਹਨ ਦਰਵਾਜ਼ੇ ਦੇ ਕੋਲ ਖੜ ਕੇ ਲੜਾਈ ਕਰਦੇ ਹਨ। ਤੇ ਜਿਹੜੇ ਗੁਰੂ ਕੇ ਸਿੱਖ ਦਰਵਾਜ਼ੇ ਦੇ ਕੋਲ ਲੜ ਰਹੇ ਹਨ, ਉਧਰੋਂ ਘਮੰਡ ਚੰਦ ਰਾਜਾ ਗੁੱਸੇ ਦੇ ਵਿੱਚ ਆਇਆ ਹੋਇਆ ਆਪਣੇ ਮੁਖ ਦੇ ਵਿੱਚੋਂ ਗੁਰੂ ਕੀਆਂ ਫੌਜਾਂ ਨੂੰ ਲਲਕਾਰਦਾ ਹੈ। ਤੇ ਸੜਾਕ ਕਰਕੇ ਜਿਹੜੇ ਆਪਣੇ ਤੀਰ ਹਨ ਉਹਨਾਂ ਨੂੰ ਗੁਰੂ ਕੀਆਂ ਫੌਜਾਂ ਵੱਲ ਜਿਹੜਾ ਤਣਦਾ ਹੈ, ਆਪਣੇ ਆਪ ਦੇ ਵਿੱਚ ਬਹੁਤ ਸੂਰਮਤਾਈ ਦਿਖਾ ਰਿਹਾ ਹੈ। ਤੇ ਇਹ ਜਿਹੜੇ ਸਾਰੇ ਪਹਾੜੀ ਰਾਜੇ ਹਨ ਤੇ ਗੁਰੂ ਕੀਆਂ ਫੌਜਾਂ ਦੇ ਸਾਹਮਣੇ ਛਾਲਾਂ ਮਾਰ ਮਾਰ ਕੇ ਲੋਹਗੜ੍ਹ ਦੇ ਕਿਲੇ ਵੱਲ ਨੂੰ ਆਉਂਦੇ ਹਨ। ਕਈ ਜਿਹੜੀਆਂ ਉਹਨਾਂ ਦੀਆਂ ਫੌਜਾਂ ਹਨ, ਭਾਲੇ ਨੇਜੇ ਤੀਰ ਗੋਲੀਆਂ ਮਾਰ ਮਾਰ ਕੇ ਗੁਰੂ ਕੀਆਂ ਫੌਜਾਂ ਵੱਲ ਨੂੰ ਆਉਂਦੇ ਹਨ। ਤੇ ਇਹਨਾਂ ਪਹਾੜੀ ਰਾਜਿਆਂ ਨੇ ਗੁਰੂ ਕੀਆਂ ਫੌਜਾਂ ਦੇ ਉੱਪਰ ਵਧੀਕੀ ਕਰਦਿਆਂ ਹੋਇਆ ਜਿਹੜੀਆਂ ਗੁਰੂ ਕੀਆਂ ਫੌਜਾਂ ਹਨ, ਕਈਆਂ ਨੂੰ ਇਹਨਾਂ ਨੇ ਘਾਇਲ ਕਰ ਦਿੱਤਾ। ਕਈ ਜਿਹੜੇ ਗੁਰੂ ਕੇ ਸਿੱਖ ਹਨ ਉਹ ਲੋਹਗੜ੍ਹ ਦੇ ਅੰਦਰ ਹਨ ਤੇ ਜਿਹੜੇ ਸਿੱਖ ਬਾਹਰ ਹਨ ਕਟੋਚੀਏ ਦੇ ਪਾਸ, ਉਹਨਾਂ ਨੂੰ ਇਹਨਾਂ ਨੇ ਘਾਇਲ ਕੀਤਾ ਹੈ। ਤੇ ਇਹ ਜਿਹੜੀਆਂ ਕਟੋਚੀਏ ਰਾਜੇ ਦੀਆਂ ਫੌਜਾਂ ਹਨ ਆਪਣੇ ਮਨ ਦੇ ਵਿੱਚ ਇਹ ਖਿਆਲ ਕਰਦੀਆਂ ਹਨ ਕਿ ਸਾਡੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ, ਅਸੀਂ ਗੁਰੂ ਕੀਆਂ ਫੌਜਾਂ ਦੇ ਉੱਪਰ ਜਿਹੜਾ ਕਿ ਵਧੀਕੀ ਦੇ ਨਾਲ ਹਮਲਾ ਕਰਕੇ ਹਜ਼ਾਰਾਂ ਫੌਜਾਂ ਦੇ ਨਾਲ ਗੁਰੂ ਕੀਆਂ ਫੌਜਾਂ ਦੇ ਉੱਪਰ ਜਿਹੜਾ ਹਮਲਾ ਕੀਤਾ ਹੈ, ਪਰ ਸਾਡੀ ਜਿਹੜੀ ਫੌਜ ਹੈ ਉਹ ਗੁਰੂ ਕੀਆਂ ਫੌਜਾਂ ਦੇ ਨਾਲ ਮੁਕਾਬਲਾ ਕਰਦਿਆਂ ਹੋਇਆ ਫਿਰ ਵੀ ਜਿਹੜੀ ਕਿ ਡਰ ਰਹੀ ਹੈ। ਜੈ ਜੈ ਮਰੇ ਪਰੇ ਨਹਿ ਦਿਖੈ ਕੂਕਰ ਜੰਬ ਬਖਾਏ। ਤੇ ਜਿਹੜੇ ਸੂਰਮੇ ਜੰਗ ਦੇ ਵਿੱਚ ਮਰਦੇ ਹਨ ਤੇ ਜਿਹੜੇ ਗਿੱਦੜ ਆਦਿ ਹਨ ਉਹਨਾਂ ਨੂੰ ਖਾਂਦੇ ਹਨ। ਰਣ ਖੇਤਰ ਦੇ ਵਿੱਚ ਹੜ ਹੜ ਕਰਕੇ ਮਸਾਣ ਜਿਹੜੀਆਂ ਕਿ ਸੰਸਾਰ ਦੇ ਵਿੱਚ ਵਿਸ਼ੇ ਵਿਕਾਰ ਭੋਗਣ ਵਾਲੀਆਂ ਆਤਮਾ ਹਨ, ਉਹ ਉਹਨਾਂ ਦੇ ਸਰੀਰ ਨੂੰ ਖਾਂਦਿਆਂ ਹੋਇਆ ਤੁਕ ਤੁਕ ਕਰਕੇ ਉਹਨਾਂ ਦੇ ਸਰੀਰ ਨੂੰ ਖਾ ਰਹੀਆਂ ਹਨ। ਤੇ ਹੜ ਹੜ ਕਰਦਿਆਂ ਹੋਇਆ ਤੁਕ ਤੁਕ ਕਰਦਿਆਂ ਹੋਇਆ ਉਹਨਾਂ ਦੇ ਜਿਹੜੇ ਸਰੀਰ ਹਨ ਉਹ ਘਾਇਲ ਹਨ। ਇਸ ਤਰ੍ਹਾਂ ਦੋਨਾਂ ਫੌਜਾਂ ਦੇ ਵਿੱਚ ਯੁੱਧ ਮਚ ਰਿਹਾ ਹੈ ਤੇ ਗੁਰੂ ਕਾ ਖਾਲਸਾ ਇਹਨਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਭਾਵੇਂ ਕਿ ਗੁਰੂ ਕੀਆਂ ਫੌਜਾਂ ਦੀ ਗਿਣਤੀ ਘੱਟ ਹੈ, ਫਿਰ ਵੀ ਗੁਰੂ ਕਾ ਖਾਲਸਾ ਬੜੀ ਬਹਾਦਰੀ ਦੇ ਨਾਲ ਇਹਨਾਂ ਪਹਾੜੀ ਰਾਜਿਆਂ ਦਾ ਮੁਕਾਬਲਾ ਕਰਦਿਆਂ ਹੋਇਆਂ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇ ਰਿਹਾ ਹੈ। ਆਪਾਂ ਕੱਲ ਦੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ ਕਿਸ ਤਰ੍ਹਾਂ ਗੁਰੂ ਕਾ ਖਾਲਸਾ ਪਹਾੜੀ ਰਾਜਿਆਂ ਦੇ ਉੱਪਰ ਜੰਗ ਕਰਕੇ ਕਿਸ ਤਰ੍ਹਾਂ ਉਹਨਾਂ ਦੇ ਉੱਪਰ ਫਤਿਹ ਪਾਉਂਦਾ ਹੈ
ਕਿਸ ਤਰ੍ਹਾਂ ਗੁਰੂ ਮਹਾਰਾਜ ਜੀ ਆਪਣੇ ਖਾਲਸੇ ਨੂੰ ਪਹਾੜੀ ਰਾਜਿਆਂ ਦੇ ਨਾਲ ਯੁੱਧ ਕਰਨ ਦੇ ਲਈ ਹੋਰ ਤਿਆਰ ਕਰਦੇ ਹਨ। ਪਾਵਨ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਪਾਸੋਂ ਇੱਕ ਨੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਕਿ ਅੱਗੇ ਵਾਸਤੇ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ, ਇਤਿਹਾਸ ਦੀ ਵਿਚਾਰ ਕਰਨ ਦੀ ਗੁਰੂ ਪਾਤਸ਼ਾਹ ਜੀ ਬਲ ਬੁੱਧੀ ਸਮਰੱਥਾ ਬਖਸ਼ਣ। ਪਾਵਨ ਇਤਿਹਾਸ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਜੈ ਜੈ ਮਾਰੇ ਪਰੇ ਨੈ ਦੀਖੈ, ਕੂਕਰ ਜੰਬੁਕ ਖਾਏ, ਹੜ ਹੜ ਹਸੈ ਮਸਾਦ ਜੁਗ ਥਲ, ਧੁਖ ਧੁਖ ਉਠ ਸਮਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।